ਅੱਗੇ ਪੜ੍ਹਦੇ ਹਾਂ ਜੀ। The people of India agitated against the arrival of Simon Commission because ਦੱਸੋ ਜੀ ਸਾਈਮਨ ਕਮਿਸ਼ਨ ਦਾ ਵਿਰੋਧ ਕਿਉਂ ਕੀਤਾ ਗਿਆ ਸੀ? ਸੀ ਆਂਸਰ ਹੈ ਜੀ ਦੇਰ ਵਾਜ਼ ਨੋ ਇੰਡੀਅਨ ਮੈਂਬਰ ਇਨ ਦਾ ਸਾਈਮਨ ਕਮਿਸ਼ਨ। ਇਹਨਾਂ ਦਾ ਇਹ ਕਹਿਣਾ ਸੀ ਵਿਰੋਧ ਕਰਨ ਵਾਲਿਆਂ ਦਾ ਕਿ 7 ਮੈਂਬਰੀ ਜਿਹੜਾ ਸਾਈਮਨ ਕਮਿਸ਼ਨ ਭਾਰਤ ਵਿੱਚ ਆਇਆ ਆ ਉਹਦੇ ਵਿੱਚ ਸਾਰੇ ਵਾਈਟ ਮੈਂਬਰ ਆ, ਕੋਈ ਵੀ ਇੰਡੀਅਨ ਨਹੀਂ। ਇਸ ਗੱਲ ਦਾ ਬਹਾਨਾ ਲੈ ਕੇ ਇਹਨਾਂ ਨੇ ਵਿਰੋਧ ਕੀਤਾ ਸੀ ਜੀ। ਕੁਇਟ ਇੰਡੀਆ ਮੂਵਮੈਂਟ ਵਾਸ ਲਾਂਚਡ ਇਨ ਰਿਸਪੌਂਸ ਟੂ ਦੱਸੋ ਜੀ ਭਾਰਤ ਵਿੱਚ ਜਦੋਂ ਭਾਰਤ ਛੋੜੋ ਅੰਦੋਲਨ 1942 ਵਾਲਾ ਲਾਂਚ ਕੀਤਾ ਗਿਆ, ਉਸ ਤੋਂ ਪਹਿਲਾਂ ਅਜਿਹੀ ਕਿਹੜੀ ਘਟਨਾ ਹੋਈ ਸੀ ਜਿਸ ਦੇ ਜਵਾਬ ਵਿੱਚ ਇਹ ਅੰਦੋਲਨ ਲਾਂਚ ਕੀਤਾ ਗਿਆ ਸੀ? ਕੈਬਨਿਟ ਮਿਸ਼ਨ ਪਲਾਨ ਨਹੀਂ ਜੀ 1946 ਦੀ ਗੱਲਾਂ ਇਹ। ਸਾਈਮਨ ਕਮਿਸ਼ਨ ਨਹੀਂ ਜੀ 1927-28 ਇਹ ਨਹੀਂ ਸੀ ਗੱਲ। ਬੇਵਲ ਪਲਾਨ ਨਹੀਂ ਜੀ 1945 ਇਹ ਸੀ ਜੀ ਕ੍ਰਿਪਸ ਪ੍ਰਪੋਜ਼ਲ। ਕ੍ਰਿਪਸ ਪ੍ਰਪੋਜ਼ਲ 1942 ਤੋਂ ਬਾਅਦ ਕੁਇਟ ਇੰਡੀਆ ਮੂਵਮੈਂਟ ਲਾਂਚ ਕੀਤਾ ਗਿਆ। ਕ੍ਰਿਪਸ ਪ੍ਰਪੋਜ਼ਲ ਫੇਲ ਹੋ ਗਿਆ। ਆਪਣੇ ਕਾਂਗਰਸ ਕਹਿੰਦੀ ਸੀ ਵੀ ਸਾਨੂੰ ਕੰਪਲੀਟ ਇੰਡੀਪੈਂਡੈਂਸ ਦਿਓ ਵਿਸ਼ਵ ਯੁੱਧ ਤੋਂ ਬਾਅਦ, ਤੇ ਕ੍ਰਿਪਸ ਪ੍ਰਪੋਜ਼ਲ ਵਿੱਚ ਡੋਮੇਨੀਅਨ ਸਟੇਟਸ ਸੀ, ਇਸ ਕਰਕੇ ਗੱਲਬਾਤ ਨਹੀਂ ਬਣ ਪਾਈ ਤਾਂ ਬਾਅਦ ਵਿੱਚ ਭਾਰਤ ਛੋੜੋ ਅੰਦੋਲਨ ਲਾਂਚ ਕੀਤਾ ਗਿਆ। The 1929 session of the Indian National Congress is of significance in the history of the freedom movement because ਦੱਸੋ ਜੀ 1929 ਵਾਲਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਸੈਸ਼ਨ ਜਿਹੜਾ ਸੀ ਉਹਦਾ ਇੱਕ ਆਪਣਾ ਸਿਗਨੀਫਿਕੈਂਸ ਆ, ਮਹੱਤਵ ਆ। ਇਹ ਪ੍ਰਸ਼ਨ ਵਾਰ-ਵਾਰ ਆ ਰਿਹਾ 1929 ਵਾਲਾ ਲਾਹੌਰ ਵਾਲਾ ਸੈਸ਼ਨ ਕਾਂਗਰਸ ਦਾ ਕਿਉਂ ਇੰਪੋਰਟੈਂਟ ਸੀ? ਕਿਉਂਕਿ ਉਹਨਾਂ ਨੇ ਪੂਰਨ ਸਵਰਾਜ ਨੂੰ ਆਪਣਾ ਗੋਲ ਬਣਾ ਲਿਆ ਸੀ ਜੀ। ਅਟੇਨਮੈਂਟ ਆਫ ਪੂਰਨ ਸਵਰਾਜ was adopted as the goal of the Congress। ਕਿੱਥੇ? ਲਾਹੌਰ ਰਾਵੀ ਨਦੀ ਦੇ ਕੰਢੇ, ਲਾਹੌਰ ਸੈਸ਼ਨ ਵੀ ਕਹਿੰਦੇ ਇਹਨੂੰ। ਇਹਦੀ ਪ੍ਰਧਾਨਗੀ ਕਿਹਨੇ ਕੀਤੀ ਸੀ? ਜਵਾਹਰ ਲਾਲ ਨਹਿਰੂ ਨੇ। ਠੀਕ ਹੈ ਜੀ, ਬੀ ਆਂਸਰ। Which one of the following movements has contributed to a split in the Indian National Congress resulting in the emergence of moderates and extremists? ਦੱਸੋ ਜੀ ਕਿਸ ਗੱਲ ਕਰਕੇ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਪਾੜਾ ਪੈ ਗਿਆ ਸੀ ਤੇ ਮੋਡਰੇਟ ਤੇ ਐਕਸਟ੍ਰੀਮਿਸਟ ਭਾਵ ਨਰਮ ਦਲੀਏ ਤੇ ਗਰਮ ਦਲੀਏ ਦੇ ਰੂਪ ਵਿੱਚ ਦੋ ਅਲੱਗ-ਅਲੱਗ ਗਰੁੱਪ ਬਣ ਗਏ ਸੀ। ਇਸ ਤਰ੍ਹਾਂ ਦੀ ਕੀ ਗੱਲ ਹੋਈ ਸੀ ਜੀ? ਹੁਣ ਤੁਹਾਨੂੰ ਪਤਾ ਕਿ ਇਹ ਹੁਣ ਟੁੱਟਿਆ ਕਦੋਂ ਸੀ? 1907 ਦਾ ਸੂਰਤ ਸਪਲਿਟ। ਉਸ ਤੋਂ ਪਹਿਲਾਂ ਕੁਝ ਗੱਲ ਹੋਈ ਹੋਏਗੀ ਹੈ ਨਾ। ਕੁਇਟ ਇੰਡੀਆ ਮੂਵਮੈਂਟ 1942, ਨੌਨ ਕੋਆਪਰੇਸ਼ਨ 1920, ਸਿਵਲ ਡਿਸਓਬੀਡੀਐਂਸ 1930। ਆਹ ਤਿੰਨੇ ਗਲਤ ਹੈ ਜੀ। ਆਂਸਰ ਹੈ ਜੀ ਸਵਦੇਸ਼ੀ ਮੂਵਮੈਂਟ। 1905 ਵਾਲਾ ਜਿਹੜਾ ਸਵਦੇਸ਼ੀ ਮੂਵਮੈਂਟ ਸੀ ਨਾ ਉਹਦੇ ਚੱਲਦੇ ਮੋਡਰੇਟਸ ਨਰਮ ਦਲੀਏ ਤੇ ਗਰਮ ਦਲੀਏ ਵਿੱਚ ਪਾੜਾ ਪੈ ਗਿਆ ਸੀ। ਨਰਮ ਦਲੀਏ ਕਹਿੰਦੇ ਨਹੀਂ ਹਜੇ ਨਹੀਂ। ਇਸ ਤਰ੍ਹਾਂ ਦੀਆਂ ਹੋਰ ਗੱਲਾਂ ਕਈ ਸੀਗੀਆਂ ਜਿਨ੍ਹਾਂ ਕਰਕੇ ਮਤਭੇਦ ਹੋ ਗਏ ਤਾਂ ਬਾਅਦ ਵਿੱਚ ਜਾ ਕੇ ਇਹ ਆਪਸ ਵਿੱਚ ਟੁੱਟ ਗਏ। ਵਿਦ ਰੈਫਰੈਂਸ ਟੂ ਕਾਂਗਰਸ ਸੋਸ਼ਲਿਸਟ ਪਾਰਟੀ ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਕਾਂਗਰਸ ਸੋਸ਼ਲਿਸਟ ਪਾਰਟੀ ਦੱਸੋ ਜੀ ਇਹਦੇ ਬਾਰੇ ਕੁਝ ਗੱਲਾਂ ਕਹੀਆਂ ਗਈਆਂ। ਇਟ ਐਡਵੋਕੇਟਡ ਦਾ ਬਾਈਕਾਟ ਆਫ ਬ੍ਰਿਟਿਸ਼ ਗੁਡਸ ਐਂਡ ਇਵੇਜ਼ਨ ਆਫ ਟੈਕਸਸ। ਬਾਈਕਾਟ ਇਸ ਤਰ੍ਹਾਂ ਦੇ ਕੁਝ ਐਕਸਟ੍ਰੀਮ ਸਟੈਪ ਨਹੀਂ ਕਹੇ ਸੀ ਇਹਨਾਂ ਨੇ। ਵੈਸੇ ਕਿਹਾ ਸੀ ਕਿ ਅਸੀਂ ਕਾਂਗਰਸ ਦੇ ਅੰਦਰ ਸਮਾਜਵਾਦੀ ਪੈਰਾਮੀਟਰ ਲੈ ਕੇ ਆਉਣੇ ਆ, ਪਰ ਵੈਸੇ ਵੀ ਸਮਾਜ ਸੋਸ਼ਲਿਸਟ ਆਈਡੀਆਜ਼ ਉੱਤੇ ਜ਼ੋਰ ਦਿੰਦੇ ਸੀ, ਪਰ ਐਕਸਟ੍ਰੀਮ ਸਟੈਪ ਨਹੀਂ ਇਹਨਾਂ ਨੇ ਐਡਵੋਕੇਟ ਕੀਤੇ, ਬਾਈਕਾਟ ਵਗੈਰਾ ਨਹੀਂ। ਇਟ ਵਾਂਟਡ ਟੂ ਐਸਟੈਬਲਿਸ਼ ਦਾ ਡਿਕਟੇਟਰਸ਼ਿਪ ਆਫ ਪ੍ਰੋਲੀਟੇਰੀਏਟ। ਕਮੀ ਵਰਗਾਂ ਦੀ ਡਿਕਟੇਟਰਸ਼ਿਪ ਲੈ ਕੇ ਆਣੀ ਨਹੀਂ। ਐਕਸਟ੍ਰੀਮ ਵਰਡ ਆ ਜੀ, ਚੱਕ ਦੋ। ਪਹਿਲਾ ਤੇ ਦੂਜਾ ਚੱਕੋ ਜੀ, ਪਹਿਲਾ ਦੂਜਾ। ਹੁਣ ਆਂਸਰ ਤੀਜਾ ਤੇ ਨਨ ਵਿੱਚ ਫਸ ਗਿਆ। ਇਟ ਐਡਵੋਕੇਟਡ ਸੈਪਰੇਟ ਇਲੈਕਟੋਰੇਟ ਫॉर ਮਾਈਨੋਰਿਟੀਜ਼ ਐਂਡ ਓਪਰੈਸਡ ਕਲਾਸਿਸ। ਇਸ ਤਰ੍ਹਾਂ ਦੀ ਵੀ ਕੋਈ ਗੱਲ ਨਹੀਂ ਸੀ ਜੀ। ਤਿੰਨੇ ਹੀ ਗਲਤ ਆ ਜੀ। ਆਂਸਰ ਹੈ ਜੀ ਡੀ ਨਨ। ਆਪਾਂ ਕਰੈਕਟ ਚੱਕਣਾ, ਕਰੈਕਟ। ਵਿਦ ਰੈਫਰੈਂਸ ਟੂ ਰੌਲਟ ਸੱਤਿਆਗ੍ਰਹਿ ਔਰ ਰੌਲਟ ਸੱਤਿਆਗ੍ਰਹਿ 1919 ਵਾਲਾ ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਇਜ਼ ਆਰ ਕਰੈਕਟ। ਦੱਸਾਂ ਜੀ ਕਿਹੜੇ ਸਹੀ ਆ। The Rowlatt Act was based on the recommendation of the Sedition Committee। ਸਹੀ ਹੈ ਜੀ ਗੱਲ ਇਹ ਤੁਸੀਂ ਨੋਟ ਕਰ ਲੈਣੀ ਗੱਲ। In Rowlatt ਸੱਤਿਆਗ੍ਰਹਿ ਗਾਂਧੀ ਜੀ tried to utilize the Home Rule League। ਇਹ ਗੱਲ ਹੈ। ਇਸ ਤੋਂ ਪਹਿਲਾਂ ਹੋਮ ਰੂਲ ਲੀਗ ਨੇ ਕਾਫੀ ਕੰਮ ਕੀਤਾ ਸੀ, ਕਾਫੀ ਐਕਟਿਵ ਸੀ ਜੀ ਵਰਲਡ ਵਾਰ 1 ਦੌਰਾਨ ਪੂਰੇ ਭਾਰਤ ਵਿੱਚ, ਤੇ ਇਸ ਨੂੰ ਯੂਟੀਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਗਾਂਧੀ ਜੀ ਨੇ 1919 ਵਾਲੇ ਰੌਲਟ ਐਕਟ ਵਿੱਚ। ਦੂਸਰੀ ਸਟੇਟਮੈਂਟ ਵੀ ਸਹੀ ਹੈ।
Demonstrations against the arrival of Simon Commission coincided with ਰੌਲਟ ਸੱਤਿਆਗ੍ਰਹਿ। ਨਹੀਂ ਜੀ, ਰੌਲਟ ਸੱਤਿਆਗ੍ਰਹਿ 1919 ਦੀ ਗੱਲਾਂ ਆ ਤੇ ਸਾਈਮਨ ਕਮਿਸ਼ਨ ਕਦੋਂ ਆਇਆ ਸੀ? 1927। ਠੀਕ, ਤੇ ਇਹ ਹੋ ਗਿਆ ਗਲਤ ਜੀ। ਜੇ ਆਪਾਂ ਤੀਸਰਾ ਗਲਤ ਚੈੱਕ ਕਰੀਏ ਤੇ ਆਹ ਤਾਂ ਵੈਸੇ ਉੱਡ ਗਏ। ਆਂਸਰ ਏ ਤੇ ਬੀ ਵਿੱਚ ਇੱਕ ਆ ਜੀ। ਆਂਸਰ ਹੈ ਜੀ ਬੀ, ਪਹਿਲੀ ਤੇ ਦੂਜੀ ਸਟੇਟਮੈਂਟ ਸਹੀ। Who of the following organized a march on the Tanjore coast to break the salt law in April 1930? ਦੱਸੋ ਜੀ। ਸਾਲਟ ਲਾ, ਜਦੋਂ ਗਾਂਧੀ ਜੀ ਨੇ ਸਾਲਟ ਸੱਤਿਆਗ੍ਰਹਿ ਕੀਤਾ ਸੀ ਤੇ ਤੰਜੋਰ ਕੋਸਟ ਵਿੱਚ ਸਾਲਟ ਮਾਰਚ ਕਿਹਨੇ ਆਰਗੇਨਾਈਜ਼ ਕੀਤਾ ਸੀ ਜੀ? ਇਹ ਸੀ ਜੀ ਸੀ ਰਾਜਾਗੋਪਾਲਾਚਾਰੀ। ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ। ਸਟੇਟਮੈਂਟਾਂ ਦੇਖੋ ਜੀ। The first woman president of the Indian National Congress was ਸਰੋਜਨੀ ਨਾਇਡੂ। ਪੜ੍ਹਿਆ ਆਪਾਂ? ਨਹੀਂ। ਪਹਿਲੀ ਵੂਮਨ ਕੌਣ ਸੀ? ਐਨੀ ਬੇਸੰਤ। ਤੇ ਪਹਿਲੀ ਇੰਡੀਅਨ ਵੂਮਨ ਕੌਣ ਸੀ? ਸਰੋਜਨੀ ਨਾਇਡੂ। ਇਹ ਗਲਤ ਹੋ ਗਿਆ ਜੀ। The first Muslim president of the Indian National Congress was ਬਦਰੁਦੀਨ ਤੈਯਬ ਜੀ। ਸਹੀ ਹੈ ਜੀ, ਪਹਿਲਾਂ ਵੀ ਪ੍ਰਸ਼ਨ ਆ ਚੁੱਕਾ ਹੈ। ਬਦਰੁਦੀਨ ਤੈਯਬ ਜੀ 1887 ਵਿੱਚ ਪ੍ਰੈਜ਼ੀਡੈਂਟ ਬਣੇ ਸੀ ਤਾਂ ਇਹ ਮੁਸਲਿਮ ਪਹਿਲੇ ਪ੍ਰੈਜ਼ੀਡੈਂਟ ਸੀ ਜੀ। ਤਾਂ ਦੂਸਰੀ ਸਟੇਟਮੈਂਟ ਓਨਲੀ 2 ਸਹੀ ਹੈ ਜੀ, ਬੀ ਆਂਸਰ। The Swadeshi and boycott were adopted as methods of struggle for the first time during the ਦੱਸੋ ਜੀ ਫਸਟ ਟਾਈਮ ਇਹ ਕਦੋਂ ਅਡਾਪਟ ਕੀਤੇ ਗਏ ਸੀ ਜੀ? ਹੋਮ ਰੂਲ ਮੂਵਮੈਂਟ, ਪਹਿਲੀ ਵਿਸ਼ਵ ਯੁੱਧ ਦੌਰਾਨ ਨਹੀਂ ਜੀ। ਨੌਨ ਕੋਆਪਰੇਸ਼ਨ ਨਹੀਂ ਜੀ। ਇਹ ਸਾਈਮਨ ਕਮਿਸ਼ਨ ਨਹੀਂ ਜੀ। ਇਸ ਤੋਂ ਪਹਿਲਾਂ ਇਹ ਨਾ ਦੇਖੋ ਅਗੇਂਸਟ ਹੈ ਨਾ ਐਜੀਟੇਸ਼ਨ ਅਗੇਂਸਟ ਦਾ ਪਾਰਟੀਸ਼ਨ ਆਫ ਬੰਗਾਲ, ਇਸ ਵੇਲੇ ਸਵਦੇਸ਼ੀ ਤੇ ਬਾਇਕਾਟ ਵਾਲਾ ਮੈਥਡ ਯੂਜ਼ ਕੀਤਾ ਗਿਆ ਸੀ ਫਸਟ ਟਾਈਮ। ਠੀਕ, ਤੇ ਇਸ ਮੂਵਮੈਂਟ ਨੂੰ ਇਸ ਲਈ ਸਵਦੇਸ਼ੀ ਮੂਵਮੈਂਟ ਵੀ ਕਹਿ ਦਿੰਦੇ ਆ। Who among the following was or were associated with the introduction of ਰੋਹਿਤਵਾਰੀ settlement in India during the British rule? ਦੱਸੋ ਜੀ। ਰੋਹਿਤਵਾਰੀ ਸੈਟਲਮੈਂਟ ਨਾਲ ਸੰਬੰਧਿਤ ਬੰਦੇ ਦੱਸਣੇ ਆਪਾਂ ਜੀ। ਰੋਹਿਤਵਾਰੀ, ਰੋਹਿਤ ਕੀ ਹੁੰਦੇ ਜੀ? ਕਿਸਾਨ। ਵੀ ਕਿਸਾਨਾਂ ਨਾਲ ਸਿੱਧਾ ਟੈਕਸ ਦੀ ਲੈਣ ਦੇਣ, ਉਹਨਾਂ ਦੀ ਮਾਲੀਏ ਦੀ ਲੈਣ ਦੇਣ। ਲਾਰਡ ਕਾਰਨਵਾਲਿਸ ਨਹੀਂ ਜੀ, ਇਹ ਪਰਮਾਨੈਂਟ ਸੈਟਲਮੈਂਟ ਨਾਲ ਸੰਬੰਧਿਤ ਆ। ਲਾਰਡ ਕਾਰਨਵਾਲਿਸ ਪਰਮਾਨੈਂਟ ਸੈਟਲਮੈਂਟ ਨਾਲ ਸੰਬੰਧਿਤ ਆ। ਇਸ ਲਈ ਕਰੈਕਟ ਸਟੇਟਮੈਂਟ ਚੱਕਣੀ ਆਪਾਂ ਪਹਿਲਾ ਪਹਿਲਾ ਤੇ ਪਹਿਲਾ ਇੱਕ ਚੱਕ ਦੋ ਜੀ। ਇਹ ਗਲਤ ਹੋ ਗਏ। ਆਂਸਰ ਆਪਣੇ ਆਪ ਸੀ ਆ ਗਿਆ ਜੀ। ਦੂਜਾ ਤੇ ਤੀਜਾ ਸਹੀ ਆ। ਅਲੈਗਜ਼ੈਂਡਰ ਰੀਡ ਤੇ ਥਾਮਸ ਮੁਨਰੋ। ਰੀਡ ਤੇ ਮੁਨਰੋ ਇਕੱਠੇ ਨਾਮ ਆਉਂਦੇ ਆ ਜੀ। ਇਹ ਰੋਹਿਤਵਾਰੀ ਸੈਟਲਮੈਂਟ ਨਾਲ ਸੰਬੰਧਿਤ ਆ। ਠੀਕ, ਅੱਗੇ ਦੇਖੋ ਜੀ। ਕੰਸੀਡਰ ਦਾ ਫੋਲੋਇੰਗ ਪੇਅਰਸ। ਕੁਛ ਪੇਅਰ ਦਿੱਤੇ ਆ ਜੀ। ਰਾਧਾਕਾਂਤ ਦੇਵ ਫਸਟ ਪ੍ਰੈਜ਼ੀਡੈਂਟ ਆਫ ਦਾ ਬ੍ਰਿਟਿਸ਼ ਇੰਡੀਅਨ ਐਸੋਸੀਏਸ਼ਨ। ਦੇਖੋ ਬੰਦਿਆਂ ਦੇ ਨਾਂ ਦੱਸੇ ਆ ਤੇ ਕੁਛ ਐਸੋਸੀਏਸ਼ਨ ਦੇ ਨਾਲ ਉਹਨਾਂ ਦੀ ਐਸੋਸੀਏਸ਼ਨ ਜਾਂ ਆਪਣਾ ਪ੍ਰਧਾਨ ਜਾਂ ਕੁਛ ਵੀ ਫਾਊਂਡਰ ਵਗੈਰਾ ਦੱਸਿਆ ਜੀ। ਇਹ ਪ੍ਰਸ਼ਨ ਤੁਸੀਂ ਪੜ੍ਹੋਗੇ ਤਾਂ ਤੁਸੀਂ ਕਨਫਿਊਜ਼ ਹੋ ਜਾਣਾ ਤੇ ਜੇ ਨਹੀਂ ਆਉਂਦਾ ਛੱਡ ਦਿਓ। ਸੁਰਿੰਦਰਨਾਥ ਬੈਨਰਜੀ ਫਾਊਂਡਰ ਆਫ ਦਾ ਇੰਡੀਅਨ ਐਸੋਸੀਏਸ਼ਨ। ਸਹੀ ਹੈ ਜੀ, ਤੀਜਾ ਸਹੀ ਆ। ਅੱਛਾ ਜੀ, ਬੀ ਤੇ ਡੀ ਵਿੱਚ ਆਂਸਰ ਆ। ਰਾਧਾਕਾਂਤ ਦੇਵ ਫਸਟ ਪ੍ਰੈਜ਼ੀਡੈਂਟ ਆਫ ਦਾ ਬ੍ਰਿਟਿਸ਼ ਇੰਡੀਅਨ ਐਸੋਸੀਏਸ਼ਨ। ਇਹ ਵੀ ਸਹੀ ਹੈ ਜੀ, ਪਹਿਲਾ ਵੀ ਸਹੀ ਹੈ। ਆਹ ਦੂਸਰਾ ਨਹੀਂ ਹੈ ਜੀ। ਫਾਊਂਡਰ ਆਫ ਦੀ ਮਦਰਾਸ ਮਹਾਜਨ ਸਭਾ। ਇਹ ਸ਼ਾਇਦ ਨਾਮ ਇੰਨੇ ਤੁਹਾਨੂੰ ਨਾ ਯਾਦ ਰਹਿਣ, ਇਸ ਲਈ ਜੇ ਨਹੀਂ ਆਉਂਦਾ ਤਾਂ ਸਕਿਪ ਕਰ ਦਿਓ, ਗਲਤ ਨਾ ਕਰਕੇ ਆਇਓ। ਆਂਸਰ ਵੈਸੇ ਬੀ ਹੈ ਜੀ। ਆਂਸਰ ਕੀ ਆ? ਬੀ। ਥੋੜ੍ਹਾ ਦੇਖ ਲਓ ਜੀ। ਜਿਹੜੀ ਮਦਰਾਸ ਮਹਾਜਨ ਸਭਾ ਸੀ ਨਾ, ਉਹ ਸੈਟਅਪ ਹੋਈ ਸੀ ਐਮ ਵੀਰਾਗਵਚਾਰੀ ਦੁਆਰਾ। ਬੀ ਸੁਬਰਾਮਨੀ ਅਈਅਰ ਤੇ ਪੀ ਆਨੰਦ, ਇਹ ਸੀ ਜੀ ਬੰਦੇ। ਇਸ ਕਰਕੇ ਦੂਸਰਾ ਹੋ ਗਿਆ ਰੌਂਗ। ਤੇ ਇੰਡੀਅਨ ਐਸੋਸੀਏਸ਼ਨ ਸੁਰਿੰਦਰਨਾਥ ਬੈਨਰਜੀ ਦੁਆਰਾ ਬਣਾਈ ਗਈ ਸੀ। ਇਹ ਯਾਦ ਕਰ ਲਿਓ ਜੀ, ਇਹ ਯਾਦ ਕਰ ਲਿਓ। ਤੁਹਾਡੇ ਹੋਰ ਐਗਜ਼ਾਮ ਵਿੱਚ ਵੀ ਇਹ ਆ ਜਾਣੀ ਹੈ। ਇੰਪੋਰਟੈਂਟ ਪੁਆਇੰਟ ਹੈ ਜੀ। ਇੰਡੀਅਨ ਐਸੋਸੀਏਸ਼ਨ 1876 ਵਾਲੀ, ਇਹਦੇ ਫਾਊਂਡਰ ਕੌਣ ਸੀ? ਸੁਰਿੰਦਰਨਾਥ ਬੈਨਰਜੀ ਤੇ ਆਨੰਦ ਮੋਹਨ ਬੋਸ। ਇਨ ਦਾ ਕੰਟੈਕਸਟ ਆਫ ਇੰਡੀਅਨ ਹਿਸਟਰੀ ਦਾ ਪ੍ਰਿੰਸੀਪਲ ਆਫ ਡਾਇਆਰਕੀ। ਦੱਸੋ ਜੀ ਡਾਇਆਰਕੀ ਦਾ ਪ੍ਰਿੰਸੀਪਲ ਦਾ ਕੀ ਮਤਲਬ ਹੋਇਆ? ਇਹ 1919 ਵਾਲੇ ਐਕਟ ਵਿੱਚ ਆਈ ਸੀ ਕਿ ਜਿਹੜਾ ਪ੍ਰੋਵਿੰਸਸ ਆ ਉਹਦੇ ਸਬਜੈਕਟ ਦੋ ਹਿੱਸਿਆਂ 'ਚ ਬਣ ਦੇਣੇ ਆ। ਡਿਵੀਜ਼ਨ ਆਫ ਦਾ ਸਬਜੈਕਟਸ ਡੈਲੀਗੇਟਡ ਟੂ ਦਾ ਪ੍ਰੋਵਿੰਸਸ ਇਨਟੂ 2 ਕੈਟਾਗਰੀਜ਼। ਇਹਨੂੰ ਕਹਿੰਦੇ ਸੀ ਡਾਇਆਰਕੀ ਲੈ ਗਏ, ਡਾਇਆਰਕੀ ਲੈ ਕੇ ਆ ਗਏ। ਡੀ ਆਂਸਰ ਹੈ ਜੀ। ਵਿਦ ਰੈਫਰੈਂਸ ਟੂ ਇੰਡੀਅਨ ਫਰੀडम ਸਟਰਗਲ ਕੰਸੀਡਰ ਦਾ ਫੋਲੋਇੰਗ ਇਵੈਂਟਸ। ਕੁਛ ਇਵੈਂਟਸ ਦੱਸੇ ਆ ਜੀ। ਮਿਊਟੀਨੀ ਇਨ ਰਾਇਲ ਇੰਡੀਅਨ ਨੇਵੀ, ਕੁਇਟ ਇੰਡੀਆ ਮੂਵਮੈਂਟ, ਸੈਕੰਡ ਰਾਊਂਡ ਟੇਬਲ ਕਾਨਫਰੰਸ। ਇਹਨਾਂ ਦੀ ਕਰੈਕਟ ਕ੍ਰੋਨੋਲੋਜੀ ਦੱਸਣੀ ਹੈ ਜੀ। ਪਹਿਲਾ ਕਿਹੜਾ ਹੋਇਆ, ਦੂਸਰਾ ਕਿਹੜਾ ਹੋਇਆ। ਦੇਖੋ ਜੀ ਮਿਊਟੀਨੀ, ਇਹ ਯਾਦ ਰੱਖਣੇ ਤੁਸੀਂ ਸਨ। ਇਹ ਹੋਈ ਸੀ ਜੀ 1946, ਫਰਵਰੀ 1946।
क्विट इंडिया मूवमेंट, भारत छोड़ो अंदोलन 1942, अगस्त 1942 या 42 याद रखो बस, 42। राउंड टेबल कॉन्फ्रेंस सेकंड वाली ये 1931। ठीक है जी। आंसर की आ गया जी 31 पहला, फिर 42, फिर 46, तीजा दूजा पहला आंसर है जी सी। आ देख लो जी, सैकंड राउंड टेबल कॉन्फ्रेंस हुई सी जी 1931 साल के अखीर विच, सितंबर टू दिसंबर। भारत छोड़ो अंदोलन 1942 अगस्त विच। रॉयल इंडिया नेवी मिटनी विद्रोह नेवी वाला 1946 विच, फरवरी 1946। इंपॉर्टेंट है जी ये, किहड़े साल च हुई। INA ट्रायल कदों होया सी 1945। ये एक प्रश्न आए हुए आ, पहला भी आए हुए आ, रिपीटेड हो रहे जी, रिपीट हो रहे आ। द ऑब्जेक्ट ऑफ द बटलर कमेटी ऑफ 1927 वाज, दसो जी 1927 ਦੀ बटलर कमेटी किस उत्ते सी जी। इंपॉर्टेंट है ये सी जी, टू इंप्रूव द रिलेशनशिप बिटवीन द गवर्नमेंट ऑफ इंडिया एंड द इंडियन स्टेट्स। ਭਾਰਤੀ ਜਿਹੜੇ ਰਿਆਸਤਾਂ ਸੀਗੀਆਂ ਉਹਦਾ ਤੇ ਸਰਕਾਰ ਵਿੱਚ ਸੰਬੰਧ ਨੂੰ ਸੁਧਾਰਨ ਲਈ ਆਈ ਸੀ ਜੀ ਕਿਹੜੀ, ਬਟਲਰ ਕਮੇਟੀ। ਉਹ ਇਹਦੀ ਕੀ ਕਰਦੇ ਸੀ, ਸਟੱਡੀ ਕਰਨ ਲਈ ਇਹਨੂੰ ਕਿਸ ਤਰ੍ਹਾਂ ਇੰਪਰੂਵ ਕੀਤਾ ਜਾ ਸਕਦਾ, ਰਿਲੇਸ਼ਨਸ਼ਿਪ ਬਿਟਵੀਨ ਦ ਗਵਰਨਮੈਂਟ ਆਫ ਇੰਡੀਆ ਐਂਡ ਦ ਇੰਡੀਅਨ ਸਟੇਟਸ। ट्रेड डिस्प्यूट्स एक्ट ऑफ 1929 दसो जी, प्रोवाइडर फॉर ट्रेड डिस्प्यूट एक्ट। ये बेसिकली ये सीगा जी, ਇਹਦੇ ਵਿੱਚ ਨਾ ਜੇ ਜਿਹੜਾ ट्रेड डिस्प्यूट्स एक्ट, ਜੇ डिस्प्यूट ਪੈ ਗਏ है ना ਵਪਾਰ ਦੇ ਵਿੱਚ ਤਾਂ ਉਹਨੂੰ ਕਿਸ ਤਰ੍ਹਾਂ ਨਿਪਟਾਰਾ ਕਰਨਾ ਆ, ਇਸ ਕਰਕੇ ਟ੍ਰਿਬਿਊਨਲ ਦੀ ਸੈਟਅਪ ਕੀਤੀ ਗਈ ਸੀ। ਇਹ ਸਿਸਟਮ ਆਫ ਟ੍ਰਿਬਿਊਨਲ ਤੇ ਇਹ ਬੈਨ ਔਨ ਸਟ੍ਰਾਈਕ, ਹੜਤਾਲਾਂ ਤੇ ਬੈਨ ਕਰਨਾ ਤੇ ਟ੍ਰਿਬਿਊਨਲ ਸੈੱਟ ਕਰਨੇ ਜੀ, ਇਹ ਗੱਲਾਂ ਕਹੀਆਂ ਗਈਆਂ ਸੀ। ਡੀ ਆਂਸਰ ਹੈ ਜੀ। ਠੀਕ ਹੈ, ਅੱਗੇ ਦੇਖੋ, ਕੰਸੀਡਰ ਦ ਫੋਲੋਇੰਗ ਸਟੇਟਮੈਂਟਸ। ਕਿਹੜੇ ਕਿਹੜੇ ਸਟੇਟਮੈਂਟਸ। ਦ ਫੈਕਟਰੀਜ਼ ਐਕਟ ਆਫ 1881 ਵਾਜ ਪਾਸਡ ਵਿਦ ਏ ਵਿਊ ਟੂ ਫਿਕਸ ਦ ਬੇਸਿਸ, ਤਨਖਾਹ ਫਿਕਸ ਕਰ ਦਿਓ ਇੰਡਸਟਰੀਅਲ ਵਰਕਰਸ ਦੀਆਂ, ਐਂਡ ਟੂ ਅਲਾਓ ਦ ਵਰਕਰਸ ਟੂ ਫਾਰਮ ਟ੍ਰੇਡ ਯੂਨੀਅਨਸ, ਤੇ ਉਹਨਾਂ ਨੂੰ ਆਗਿਆ ਦਿਓ ਕਿ ਤੁਸੀਂ ਆਪਣੀ ਯੂਨੀਅਨ ਬਣਾ ਸਕਦੇ ਆ। ਨਹੀਂ, ਜਿਹੜਾ ਫੈਕਟਰੀ ਐਕਟ 1881 ਸੀ ਨਾ, ਇਹਦਾ ਮੇਨ ਕੰਮ ਸੀਗਾ ਕਿ ਵੀ ਜਿਹੜੇ ਫੈਕਟਰੀਆਂ 'ਚ ਕੰਮ ਕਰਦੇ ਆ ਮਜ਼ਦੂਰ ਆ, ਬੱਚੇ ਆ, ਉਹਨਾਂ ਉੱਤੇ ਉਹਨਾਂ ਦੀ ਹਾਲਤ ਨੂੰ ਸੁਧਾਰਨਾ, ਉਹਨਾਂ ਦੇ ਨੰਬਰ ਆਫ ਘੰਟੇ ਕੰਮ ਕਰਨ ਦੇ ਨਿਯਮਿਤ ਕਰਨਾ। ਇਹ ਜੀ ਆਪਣਾ ਕੌਣ ਲੈ ਕੇ ਆਇਆ ਸੀ, ਲਾਰਡ ਰਿਪਨ। ਮੈਂ ਦੱਸਿਆ ਕਿ ਲਾਰਡ ਰਿਪਨ ਨੇ ਕਾਫੀ ਸੁਧਾਰ ਕੀਤੇ, ਉਹਦਾ ਭਾਰਤੀਆਂ ਪ੍ਰਤੀ ਰਵੱਈਆ ਵਧੀਆ ਸੀ। ਤੇ ਆ ਪੜ੍ਹੋ ਜੀ, ਇੰਪੋਰਟੈਂਟ ਪੁਆਇੰਟ ਆ। ਲਾਰਡ ਰਿਪਨ ਨੇ ਭਾਰਤ ਵਿੱਚ ਫੈਕਟਰੀਆਂ ਕਾਮਿਆਂ ਦੀ ਸੇਵਾ ਸਥਿਤੀ ਵਿੱਚ ਸੁਧਾਰ ਕਰਨ ਲਈ 1881 ਦਾ ਫੈਕਟਰੀ ਐਕਟ ਪੇਸ਼ ਕੀਤਾ। ਐਕਟ ਨੇ ਫੈਕਟਰੀਆਂ ਵਿੱਚ 7 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਨਿਯੁਕਤੀ 'ਤੇ ਪਾਬੰਦੀ ਲਗਾ ਦਿੱਤੀ। ਇਸ ਨੇ ਬੱਚਿਆਂ ਦੇ ਕੰਮ ਦੇ ਘੰਟੇ ਘਟਾ ਦਿੱਤੇ। ਇਸ ਨੇ ਮਜ਼ਦੂਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਫੈਕਟਰੀਆਂ ਵਿੱਚ ਸਾਰੀਆਂ ਖਤਰਨਾਕ ਮਸ਼ੀਨਾਂ ਨੂੰ ਸਹੀ ਢੰਗ ਨਾਲ ਬਾੜ ਕਰਨਾ ਲਾਜ਼ਮੀ ਕਰ ਦਿੱਤਾ। ਬਾੜ ਮਤਲਬ ਉਹਦੀ ਚਾਰ ਦੀਵਾਰੀ, ਉਹਦੀ ਜਿਹੜੀਆਂ ਖਤਰਨਾਕ ਮਸ਼ੀਨਾਂ ਨਾ ਉਹ ਇਹਦਾ ਖੁੱਲੀਆਂ ਨਹੀਂ ਤੁਸੀਂ ਚਲਾ ਸਕਦੇ ਸੀ, ਉਹਦੀ ਕਵਰਿੰਗ ਕਰਨੀ ਜ਼ਰੂਰੀ ਕਰਤੀ। ਇਹ ਗੱਲਾਂ ਕੀਤੀਆਂ ਸੀ ਫੈਕਟਰੀ ਐਕਟ 1881। ਕੌਣ ਲੈ ਕੇ ਆਇਆ ਸੀ ਜੀ, ਲਾਰਡ ਰਿਪਨ। ਇਹ ਵੀ ਇੰਪੋਰਟੈਂਟ ਆ, ਲਾਰਡ ਰਿਪਨ ਲੈ ਕੇ ਆਇਆ ਸੀ ਭਾਰਤੀਆਂ ਲਈ। ਕਾਫੀ ਇਹਨ ਸੁਧਾਰ ਕੀਤੇ, ਕਾਫੀ ਗੱਲਾਂ ਲੈ ਕੇ ਆਇਆ ਭਾਰਤੀਆਂ ਲਈ। ਅੱਛਾ, ਇਹਦਾ ਮਤਲਬ ਪਹਿਲਾ ਹੋ ਗਿਆ ਗਲਤ, ਕਰੈਕਟ ਸਟੇਟਮੈਂਟ ਚੱਕਣੀ ਆ। NM ਲੋਖੰਡੇ ਵਾਜ ਏ ਪਾਇਓਨੀਅਰ ਇਨ ਆਰਗੇਨਾਈਜ਼ਿੰਗ ਦਾ ਲੇਬਰ ਮੂਵਮੈਂਟ ਇਨ ਬ੍ਰਿਟਿਸ਼ ਇੰਡੀਆ। ਇਹ ਸਹੀ ਹੈ ਜੀ, ਦੂਜਾ ਸਹੀ ਆ। ਆ ਦੇਖੋ ਜੀ, ਕਿਸੇ ਬੰਦੇ ਬਾਰੇ ਗੱਲ ਹੋ ਰਹੀ ਆ। ਹੀ ਰੋਟ ਬਾਇਓਗ੍ਰਾਫੀਜ਼ ਆਫ ਮਜੀਨੀ, ਗਰੀਬਲਡੀ, ਸ਼ਿਵਾਜੀ ਐਂਡ ਸ਼੍ਰੀ ਕ੍ਰਿਸ਼ਨਾ। ਇਹਨਾਂ ਦੀ ਬਾਇਓਗ੍ਰਾਫੀ ਲਿਖੀ ਸੀ ਜੀ ਕਿਸੇ ਬੰਦੇ ਨੇ। ਸਟੇਡ ਇਨ ਅਮਰੀਕਾ ਫॉर ਸਮ ਟਾਈਮ, ਅਮਰੀਕਾ ਵੀ ਰਿਹਾ ਜੀ। ਐਂਡ ਵਾਜ ਆਲਸੋ ਇਲੈਕਟਡ ਟੂ ਦ ਸੈਂਟਰਲ ਅਸੈਂਬਲੀ ਵਿੱਚ ਵੀ ਇਲੈਕਟ ਹੋਏ ਜੀ, ਚੁਣੇ ਗਏ। ਇਹ ਕਿਹਦੀ ਗੱਲ ਹੋ ਰਹੀ ਹੈ ਜੀ, ਇਹ ਗੱਲ ਹੋ ਰਹੀ ਹੈ ਜੀ ਲਾਲਾ ਲਾਜਪਤ ਰਾਏ ਦੀ। ਉਹਨਾਂ ਨੇ ਆਹ ਬੰਦਿਆਂ ਦੀਆਂ ਜੀਵਨੀਆਂ ਲਿਖੀਆਂ, ਅਮਰੀਕਾ ਵੀ ਰਹੇ ਤੇ ਸੈਂਟਰਲ ਅਸੈਂਬਲੀ ਲਈ ਚੁਣੇ ਵੀ ਗਏ। ਲਾਲਾ ਲਾਜਪਤ ਰਾਏ ਆ ਵੀ ਇੱਕ ਉਹਨਾਂ ਬਾਰੇ ਗੱਲ ਆ ਕਿ ਉਹਨਾਂ ਨੇ ਇੰਡੀਅਨ ਹੋਮ ਰੂਲ ਇਨ US ਦੀ ਸਥਾਪਨਾ ਵੀ ਕੀਤੀ। ਦੇਖੋ, ਭਾਰਤ ਵਿੱਚ ਹੋਮ ਰੂਲ ਲੀਗ ਚੱਲ ਰਹੀ ਸੀ। ਇੱਕ ਸੀ ਜੀ ਐਨੀ ਬਸੈਂਟ ਦੇ ਅੰਦਰ, ਇੱਕ ਸੀ ਜੀ ਬਾਲ ਗੰਗਾਧਰ ਤਿਲਕ ਦੇ ਅੰਡਰ।
ਤਾਂ ਇੱਕ ਨਾ ਉਹਨਾਂ ਨੇ ਤੁਹਾਨੂੰ ਪੁੱਛ ਸਕਦੇ ਆ ਕਿ ਇੰਡੀਅਨ ਹੋਮ ਰੂਲ ਇਨ US ਇਹਦੀ ਸਥਾਪਨਾ ਕਿਸ ਨੇ ਕੀਤੀ ਸੀ? ਇਹ ਸੀ ਜੀ ਲਾਲਾ ਲਾਜਪਤ ਰਾਏ। ਆਫਟਰ ਦਾ ਸੰਥਾਲ ਅਪਰਾਈਜ਼ਿੰਗ ਸਬਸਾਈਡਡ, ਸੰਥਾਲ ਵਿਦਰੋਹ ਜਦੋਂ ਠੰਡਾ ਪੈ ਗਿਆ, ਵਟ ਵਾਜ਼ ਔਰ ਵਰ ਦਾ ਮੈਜਰਸ ਟੇਕਨ ਬਾਈ ਦਾ ਕਲੋਨੀਅਲ ਗਵਰਨਮੈਂਟ, ਦੱਸੋ ਜੀ ਅੰਗਰੇਜ਼ ਸਰਕਾਰ ਨੇ ਕਿਹੜੇ ਮੈਜਰਸ ਜਾਂ ਸਟੈਪ ਚੱਕੇ ਸੀ? The territories called ਸੰਥਾਲ ਪਰਗਨਾਸ were created, ਸਹੀ ਗੱਲ ਹੈ ਜੀ। ਸੰਥਾਲ ਪਰਗਨਾ ਇਹ ਏਰੀਏ ਦਾ ਨਿਰਮਾਣ ਕੀਤਾ ਜੀ, 2-3 ਜ਼ਿਲ੍ਹਿਆਂ ਤੋਂ ਜ਼ਮੀਨ ਇੱਦਾਂ ਜੋੜ ਕੇ ਸੰਥਾਲ ਜ਼ਿਲ੍ਹਾ ਬਣਾਤਾ ਜੀ, ਸੰਥਾਲ ਪਰਗਨਾ ਜ਼ਿਲ੍ਹਾ ਬਣਾਤਾ, ਏਰੀਆ ਬਣਾਤਾ। It became illegal for a ਸੰਥਾਲ to transfer land to a non ਸੰਥਾਲ, ਸੰਥਾਲ ਲੋਕ ਹੁਣ ਨੌਨ ਸੰਥਾਲ ਗੈਰ ਸੰਥਾਲ ਲੋਕਾਂ ਨੂੰ ਜ਼ਮੀਨ ट्रांसफर नहीं कर सकते सन। दोनों पॉइंट सही है जी, सी आंसर है। ਇਹ ਸੰਥਾਲ ਵਿਦਰੋਹ ਕਦੋਂ ਹੋਇਆ ਸੀ? 1855-56 ਦੀ ਗੱਲ ਹੈ ਜੀ। ਇਸ ਤੋਂ ਬਾਅਦ ਸੀ ਕਿ ਭਾਗਲਪੁਰ ਅਤੇ ਭੀਰਭੂਮ ਇਹ ਜ਼ਿਲ੍ਹਿਆਂ ਤੋਂ 5,500 ਵਰਗ ਦੀ ਘੇਰਾ ਬਣਾ ਕੇ ਸੰਥਾਲ ਪਰਗਨਾ ਜ਼ਿਲ੍ਹਾ ਬਣਾਇਆ ਗਿਆ ਸੀ, ਸੰਥਾਲ ਪਰਗਨਾ ਬਣਾਇਆ ਗਿਆ ਸੀ। ਬਸਤੀਵਾਦੀ ਰਾਜ ਨੇ ਭਾਵ ਅੰਗਰੇਜ਼ ਸਰਕਾਰ ਨੇ ਉਮੀਦ ਕੀਤੀ ਕਿ ਸੰਥਾਲ ਲਈ ਇੱਕ ਨਵਾਂ ਇਲਾਕਾ ਬਣਾ ਕੇ ਅਤੇ ਇਸ ਦੇ ਅੰਦਰ ਕੁਝ ਵਿਸ਼ੇਸ਼ ਕਾਨੂੰਨ ਲਾਗੂ ਕਰਕੇ ਸੰਥਾਲਾਂ ਨੂੰ ਮਨਾਇਆ ਜਾ ਸਕਦਾ ਹੈ, ਭਾਵ ਸੰਥਾਲਾਂ ਦਾ ਇੱਕ ਆਪਣਾ ਏਰੀਆ ਬਣਾਤਾ, ਉੱਥੇ ਸੰਥਾਲਾਂ ਨੂੰ ਹੀ ਪ੍ਰੈਫਰੈਂਸ ਦਿੱਤੀ ਜਾਏਗੀ ਤੇ ਸਪੈਸ਼ਲ ਕਾਨੂੰਨ ਉੱਥੇ ਲਾਗੂ ਹੋਣਗੇ। ਅੰਗਰੇਜ਼ਾਂ ਨੇ ਸੋਚਿਆ ਕਿ ਇਸ ਨਾਲ ਜਿਹੜੇ ਸੰਥਾਲ ਆ ਉਹਨਾਂ ਨੂੰ ਕੌਂਸੀਲੇਸ਼ਨ ਜਾਂ ਮਨਾਇਆ ਜਾ ਸਕਦਾ ਹੈ। ਬਗਾਵਤ ਨੂੰ ਦਬਾਉਣ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਸੰਥਾਲ ਪਰਗਨਾ ਕਿਰਾਏਦਾਰੀ ਐਕਟ, ਕਿਰਾਏਦਾਰੀ ਭਾਵ ਟੀਨੈਂਸੀ ਐਕਟ, ਸੰਥਾਲ ਪਰਗਨਾ ਟੀਨੈਂਸੀ ਐਕਟ ਪਾਸ ਕੀਤਾ ਜੋ ਜ਼ਮੀਨ ਦੇ ਤਬਾਦਲੇ ਤੇ ਪਾਬੰਦੀ ਲਗਾਉਂਦਾ ਹੈ, ਭਾਵ ਸੰਥਾਲ ਨੌਨ ਸੰਥਾਲ ਨੂੰ ਜ਼ਮੀਨ ਟ੍ਰਾਂਸਫਰ ਨਹੀਂ ਕਰ ਸਕਦੀ। ਦੂਸਰਾ ਪੁਆਇੰਟ ਵੀ ਸਹੀ ਹੋ ਗਿਆ। Which one of the following is a very significant aspect of the ਚੰਪਾਰਨ ਸੱਤਿਆਗ੍ਰਹਿ, ਦੱਸੋ ਜੀ। ਚੰਪਾਰਨ ਸੱਤਿਆਗ੍ਰਹਿ ਹੋਇਆ ਸੀ ਬਿਹਾਰ ਵਿੱਚ, ਚੰਪਾਰਨ ਜ਼ਿਲ੍ਹਾ ਆ, ਉੱਥੇ ਇੰਡੀਗੋ ਫਾਰਮਿੰਗ ਨੂੰ ਉਸ ਨਾਲ ਸੰਬੰਧਿਤ ਇਹ ਸੱਤਿਆਗ੍ਰਹਿ ਸੀ, ਦੱਸੋ ਜੀ ਇਹਦਾ ਸਿਗਨੀਫਿਕੈਂਟ ਐਸਪੈਕਟ ਕੀ ਸੀ? ਐਕਟਿਵ ਆਲ ਇੰਡੀਆ ਪਾਰਟੀਸਪੇਸ਼ਨ ਆਫ ਲਾਇਰਸ, ਸਟੂਡੈਂਟਸ ਐਂਡ ਵੂਮਨ ਇਨ ਦਾ ਨੈਸ਼ਨਲ ਮੂਵਮੈਂਟ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ, ਇਹ ਲੋਕਲ ਪੀਸਡ ਮੂਵਮੈਂਟ ਸੀ, ਕਿਸਾਨਾਂ ਦੀ ਮੂਵਮੈਂਟ ਸੀ, ਪੁਆਇੰਟ ਗਲਤ। ਐਕਟਿਵ ਇਨਵੋਲਵਮੈਂਟ ਆਫ ਦਲਿਤ ਐਂਡ ਟ੍ਰਾਈਬਲ ਕਮਿਊਨਿਟੀਜ਼ ਆਫ ਇੰਡੀਆ ਇਨ ਦਾ ਨੈਸ਼ਨਲ ਮੂਵਮੈਂਟ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਜੁਆਇਨਿੰਗ ਆਫ ਪੀਸੈਂਟ ਅਨਰੈਸਟ ਟੂ ਇੰਡੀਆਜ਼ ਨੈਸ਼ਨਲ ਮੂਵਮੈਂਟ, ਆਹ ਗੱਲ ਹੋ ਸਕਦੀ ਹੈ, ਠੀਕ। ਤੁਸੀਂ ਇਹਨਾਂ ਨੂੰ ਵੀ ਥੋੜ੍ਹਾ ਸ਼ੱਕ 'ਚ ਰੱਖੋ। ਚਲੋ ਜਦੋਂ ਤੁਸੀਂ ਆਖਰੀ ਪੁਆਇੰਟ ਪੜ੍ਹਦੇ ਆ ਡੀ, ਡਰਾਸਟਿਕ ਡਿਕਰੀਜ਼ ਇਨ ਦਾ ਕਲਟੀਵੇਸ਼ਨ ਆਫ ਪਲਾਂਟੇਸ਼ਨ ਕ੍ਰੌਪਸ ਐਂਡ ਕਮਰਸ਼ੀਅਲ ਕ੍ਰੌਪਸ, ਇਹ ਤੁਸੀਂ ਪੜ੍ਹੋਗੇ ਕਿ ਚੰਪਾਰਨ ਸੱਤਿਆਗ੍ਰਹਿ ਤੋਂ ਬਾਅਦ ਕੀ ਹੋਇਆ ਸੀ ਕਿ ਪਲਾਂਟੇਸ਼ਨ ਕ੍ਰੌਪਸ ਤੇ ਕਮਰਸ਼ੀਅਲ ਕ੍ਰੌਪਸ, ਉਹ ਕ੍ਰੌਪਸ ਜਿਹੜੀ ਮੰਡੀ ਵਿੱਚ ਵਿਕਦੀ ਸੀ, ਜਾਂ ਪਲਾਂਟੇਸ਼ਨ ਕ੍ਰੌਪਸ ਜਿਸ ਤਰ੍ਹਾਂ ਇੰਡੀਗੋ ਸੀਗੀ, ਇਹਨਾਂ ਦੀ ਕਲਟੀਵੇਸ਼ਨ ਵਿੱਚ ਕਾਫੀ ਜ਼ਿਆਦਾ ਗਿਰਾਵਟ ਆ ਗਈ ਤੇ ਇਸ ਨਾਲ ਕੀ ਹੋਇਆ ਸੀਗਾ, ਆਪਣੇ ਜਿਹੜੇ ਪਲਾਂਟਰਸ ਵਗੈਰਾ ਸੀ ਉਹ ਆਪਣੇ ਆਪ ਹੀ ਮੈਦਾਨ ਛੱਡ ਗਏ ਸੀ। ਇਹ ਪੁਆਇੰਟ ਤੁਸੀਂ ਡਾਇਰੈਕਟ ਪੜ੍ਹਿਆ ਹੋਏਗਾ ਇੰਡੀਗੋ ਰਿਵੋਲਟ ਨਾਲ ਸੰਬੰਧਿਤ ਚੰਪਾਰਨ ਵਾਲਾ। ਦੇਖੋ ਇੱਕ ਤਾਂ ਇੰਡੀਗੋ ਰਿਪੋਰਟ ਸੀ 1859, ਉਹ ਮੇਨ ਰਿਪੋਰਟ ਸੀ। ਇੰਡੀਗੋ ਨਾਲ ਸੰਬੰਧਿਤ ਜਦੋਂ ਗਾਂਧੀ ਚੰਪਾਰਨ ਗਏ, ਉਹ ਵੀ ਨੀਲ ਦੀ ਖੇਤੀ ਨਾਲ ਸੰਬੰਧਿਤ ਇੰਡੀਗੋ ਨਾਲ ਸੰਬੰਧਿਤ ਸੀ। ਇਸ ਵਿੱਚ ਵੀ ਕੀ ਹੋਇਆ ਸੀ, ਪਲਾਂਟਰਸ ਕਾਫੀ ਘੱਟ ਗਏ ਸੀ ਤੇ ਪਲਾਂਟੇਸ਼ਨ ਕ੍ਰੌਪਸ ਤੇ ਕਮਰਸ਼ੀਅਲ ਕ੍ਰੌਪਸ ਦੀ ਖੇਤੀ ਕਾਫੀ ਘੱਟ ਗਈ ਸੀ। ਆਹ ਗੱਲ ਤੁਸੀਂ ਸਿੱਧੀ ਲਿਖੀ ਹੈ ਜੀ, ਡੀ ਆਂਸਰ ਹੈ। In 1920 1920 ਦੀ ਗੱਲ ਆ, which of the following changed its name to ਸਵਰਾਜ ਸਭਾ, ਦੱਸੋ ਜੀ ਕਿਹੜੀ ਪਾਰਟੀ ਦਾ ਨਾਮ ਬਾਅਦ ਵਿੱਚ ਸਵਰਾਜ ਸਭਾ ਪੈ ਗਿਆ ਸੀ ਜੀ, ਰੱਖ ਦਿੱਤਾ ਗਿਆ ਸੀ? ਇਹ ਸੀ ਜੀ ਆਲ ਇੰਡੀਆ ਹੋਮ ਰੂਲ ਲੀਗ। ਜਿਹੜੀ ਆਲ ਇੰਡੀਆ ਹੋਮ ਰੂਲ ਲੀਗ ਸੀ ਉਹਦਾ ਨਾਂ ਸਵਰਾਜ ਸਭਾ ਹੋ ਗਿਆ ਸੀ ਜੀ। ਹੋਮ ਰੂਲ ਲੀਗ ਦੇ ਬਾਰ-ਬਾਰ ਬੇਨਤੀ ਕਰਨ ਤੇ ਗਾਂਧੀ ਨੇ 1920 ਵਿੱਚ ਹੀ ਹੋਮ ਰੂਲ ਲੀਗ ਦੀ ਪ੍ਰਧਾਨਗੀ ਸਵੀਕਾਰ ਕੀਤੀ ਅਤੇ ਇਸ ਦਾ ਨਾਮ ਬਦਲ ਕੇ ਸਵਰਾਜ ਸਭਾ ਰੱਖ ਦਿੱਤਾ ਸੀ। ਵਿਦ ਰੈਫਰੈਂਸ ਟੂ ਸਵਦੇਸ਼ੀ ਮੂਵਮੈਂਟ 1905-6 ਵਾਲੀ, ਕੰਸੀਡਰ ਦਾ ਫੋਲੋਇੰਗ ਸਟੇਟਮੈਂਟਸ, ਦੱਸੋ ਜੀ। It contributed to the revival of the indigenous artisans
ਕਰਾਫਟਸ ਐਂਡ ਇੰਡਸਟਰੀਜ਼। ਇਹ ਗੱਲ ਹੈ, ਜਦੋਂ ਤੁਸੀਂ ਵਿਦੇਸ਼ੀ ਚੀਜ਼ਾਂ ਦਾ ਬਾਈਕਾਟ ਕਰਨਾ ਸ਼ੁਰੂ ਕਰਤਾ ਸੀ, ਸਵਦੇਸ਼ੀ ਜਿਹੜੀ ਵਸਤੂਆਂ ਸੀ ਉਹਨਾਂ ਦੀ ਪ੍ਰੈਫਰੈਂਸ ਦੇਣੀ ਸ਼ੁਰੂ ਕਰਤੀ ਵੀ ਇਹ ਜ਼ਿਆਦਾ ਆਪਾਂ ਪਹਿਨੀਏ, ਯੂਜ਼ ਕਰੀਏ, ਤਾਂ ਓਬਵੀਅਸ ਆ ਕਿ ਜਿਹੜੇ ਸਾਡੇ ਭਾਰਤ ਦੇ ਕਾਰੀਗਰ ਸੀ, ਇੰਡਸਟਰੀਆਂ ਸੀਗੀਆਂ, ਉਹ ਰਿਵਾਈਵ ਹੋਈਆਂ, ਉਹਨਾਂ ਦਾ ਪੁਨਰ ਉਥਾਨ ਹੋਇਆ। ਇਹ ਗੱਲ ਹੈ ਜੀ, ਸਾਡੀਆਂ ਇਹ ਇੰਡਸਟਰੀਆਂ ਨੂੰ ਬੜਾਵਾ ਮਿਲਿਆ ਸੀ ਸਵਦੇਸ਼ੀ ਮੂਵਮੈਂਟ ਨਾਲ। The National Council of Education was established as a part of ਸਵਦੇਸ਼ੀ ਮੂਵਮੈਂਟ। ਇਹ ਵੀ ਗੱਲ ਹੈ ਜੀ, ਉਹਨਾਂ ਨੇ ਸਵਦੇਸ਼ੀ ਐਜੂਕੇਸ਼ਨ ਤੇ ਵੀ ਬੜਾਵਾ ਦਿੱਤਾ ਤੇ ਉਹਦੇ ਲਈ ਇੱਕ ਕੌਂਸਲ ਬਣਾਈ ਸੀ, ਨੈਸ਼ਨਲ ਕਾਉਂਸਲ ਆਫ ਐਜੂਕੇਸ਼ਨ। ਠੀਕ ਹੈ ਜੀ, ਕਰੈਕਟ ਆਂਸਰ ਲੱਭਣਾ ਜੀ, ਦੋਨੋਂ ਸਹੀ ਹੈ, ਬੋਥ A and B, ਪਹਿਲਾ ਤੇ ਦੂਜਾ ਸਹੀ ਹੈ। With reference to the British colonial rule in India, consider the following statements। ਦੇਖਦੇ ਹਾਂ ਜੀ। ਮਹਾਤਮਾ ਗਾਂਧੀ was instrumental in the abolition of the system of indentured labor। indentured labor ਹੁੰਦਾ ਜੀ ਤੁਹਾਡੇ ਕੋਲ ਨਾ ਕਾਗਜ਼ਾਂ ਤੇ ਸਾਈਨ ਕਰਾ ਲਏ ਜਾਂਦੇ ਆ, ਇਹਨੂੰ ਬਧੂਆ ਮਜ਼ਦੂਰ ਵੀ ਕਹਿ ਸਕਦੇ ਆ। ਬੇਸਿਕਲੀ ਕਾਗਜ਼ਾਂ ਤੇ ਉਹ ਇਕਰਾਰਨਾਮਾ ਵਗੈਰਾ ਜਾਂ ਕੋਈ ਵੀ ਹੈ ਗੱਲਬਾਤ ਆ, ਉਹ ਪਹਿਲਾਂ ਹੀ ਤੈਅ ਹੋ ਗਈ ਆ। ਹੁਣ ਕੀ ਆ, ਤੁਸੀਂ ਕਿਤੇ ਹੋਰ ਕੰਮ ਨਹੀਂ ਕਰ ਸਕਦੇ, ਉਸੇ ਬੰਦੇ ਕੋਲ ਕੰਮ ਕਰੋਗੇ ਜਿੱਥੇ ਤੁਹਾਡੇ ਸਾਈਨ ਸੂਨ ਹੋ ਗਏ, ਕਾਗਜ਼ ਆ ਜੀ ਲਿਖੇ ਗਏ। ਤੇ ਇਹਨੂੰ ਖਤਮ ਕਰਨ ਵਿੱਚ ਗਾਂਧੀ ਜੀ ਦਾ ਬੜਾ ਰੋਲ ਸੀ। ਗੱਲ ਤਾਂ ਸਹੀ ਆ, ਪਰ ਫਿਰ ਵੀ ਤੁਸੀਂ ਕੁਝ ਸਮੇਂ ਲਈ ਸ਼ੱਕ ਵਿੱਚ ਰੱਖੋ। ਇਨ ਲਾਰਡ ਚੈਮਸਫੋਰਡ ਵਾਰ ਕਾਨਫਰੰਸ, ਮਹਾਤਮਾ ਗਾਂਧੀ did not support the resolution on recruiting Indians for World War। ਇਹ ਗੱਲ ਹੈ ਜੀ ਕਿ ਇੱਥੇ ਨਾ ਗਾਂਧੀ ਜੀ ਨੇ ਕਿਹਾ ਸੀ ਕਿ ਮੈਂ ਸਪੋਰਟ ਕਰਦਾ ਹਾਂ, ਨੋਟ ਨਹੀਂ, ਗਾਂਧੀ ਜੀ ਨੇ ਸਪੋਰਟ ਕੀਤੀ ਸੀ। ਕਿ ਉਹਨਾਂ ਦਾ ਇਹ ਸੀ ਨਾ ਕਿ ਜਿਹੜੀ ਇਹ ਯੁੱਧ ਆ, ਇਹ ਇੱਕ ਪਾਸੇ ਡੈਮੋਕ੍ਰੈਟਿਕ ਕੰਟਰੀਜ਼ ਆ, ਦੂਜੇ ਪਾਸੇ ਤਾਨਾਸ਼ਾਹੀ ਕੰਟਰੀਆਂ ਆ, ਹੈ ਨਾ, ਤਾਂ ਸਾਨੂੰ ਆਪਣਾ ਇਹਨਾਂ ਦਾ ਸਾਥ ਦੇਣਾ ਚਾਹੀਦਾ ਅੰਗਰੇਜ਼ਾਂ ਦਾ। ਇੱਦਾਂ ਦੀਆਂ ਗੱਲਾਂ ਸੀਗੀਆਂ। ਮੇਨ ਤੁਸੀਂ ਇਹੀ ਰੱਖਣਾ ਕਿ ਮਹਾਤਮਾ ਗਾਂਧੀ ਨੇ ਸਪੋਰਟ ਕੀਤਾ ਸੀ ਜੀ ਵੀ ਇੰਡੀਅਨ ਦੀ ਭਰਤੀ ਵੀ ਵਰਲਡ ਵਾਰ ਲਈ ਹੋਵੇ। ਇਹ ਪੁਆਇੰਟ ਹੋ ਗਿਆ ਮੇਰਾ ਮਤਲਬ ਗਲਤ। ਆਪਾਂ ਕਰੈਕਟ ਸਟੇਟਮੈਂਟ ਚੱਕਣੀ ਆ, ਦੂਜਾ ਚੱਕ ਦਿਓ ਜੀ, ਦੂਜਾ ਚੱਕ ਦਿਓ। ਆਪਣੇ ਆਪ ਆਂਸਰ B ਆ ਗਿਆ ਜੀ, ਪਹਿਲਾ ਤੇ ਤੀਜਾ। ਪਹਿਲਾ ਵੀ ਸਹੀ ਹੋ ਗਿਆ, ਤੀਜਾ ਪੜ੍ਹ ਲਓ ਜੀ। Consequent upon the breaking of salt law by Indian people, the Indian National Congress was declared illegal by the colonial rulers। ਅੰਗਰੇਜ਼ਾਂ ਦੁਆਰਾ ਸਾਲਟ ਕਾਨੂੰਨ ਤੋੜਨ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਨੂੰ ਗੈਰ ਕਾਨੂੰਨੀ ਘੋਸ਼ਿਤ ਕਰ ਦਿੱਤਾ ਗਿਆ ਸੀ। ਇਹ ਗੱਲ ਹੈ, ਪਹਿਲਾ ਤੇ ਤੀਜਾ ਸਹੀ ਆ। With reference to Indian national movement, consider the following pairs। ਆ ਕੁਛ ਪੇਅਰ ਦਿੱਤੇ ਗਏ ਆ ਜੀ, ਇਹ ਦੇਖਣੇ ਆ ਜੀ ਆਪਾਂ ਇਹਨਾਂ ਚੋਂ ਸਹੀ ਕਿਹੜੇ ਆ। ਸਰ ਤੇਜ ਬਹਾਦਰ ਸਪਰੂ, ਪ੍ਰੈਜ਼ੀਡੈਂਟ ਆਲ ਇੰਡੀਆ ਲਿਬਰਲ ਫੈਡਰੇਸ਼ਨ। KC ਨਿਯੋਗੀ, ਮੈਂਬਰ ਹੈ ਜੀ ਦਾ ਕੌਂਸਟੀਚਿਊਟ ਅਸੈਂਬਲੀ ਦੇ। PC ਜੋਸ਼ੀ, ਜਨਰਲ ਸੈਕਟਰੀ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ। ਠੀਕ ਹੈ ਜੀ, ਇਹ ਤਿੰਨੋਂ ਦੀ ਤਿੰਨੋਂ ਸਟੇਟਮੈਂਟ ਸਹੀ ਆ। ਇਹ ਤੁਸੀਂ ਪੜ੍ਹ ਲੈਣਾ, ਯਾਦ ਹੋ ਗਿਆ ਠੀਕ ਆ, ਨਹੀਂ ਤਾਂ ਐਗਜ਼ਾਮ ਵਿੱਚ ਸਕਿਪ ਕਰਕੇ ਆਉਣਾ, ਗਲਤ ਨਾ ਕਰਿਆ ਆਇਓ। ਇਹ ਥੋੜ੍ਹਾ ਹੋ ਗਿਆ ਜੀ ਰੱਟੇ ਮਾਰਨ ਵਾਲਾ। ਤੁਹਾਨੂੰ ਜੀ ਬਿਲਕੁਲ ਆਉਂਦਾ ਆ ਤਾਂ ਹੀ ਚੱਕਿਓ, ਅਦਰਵਾਈਜ਼ ਛੱਡ ਦਿਓ। With reference to the history of India, ਉਲ ਗੁਲਾਨ ਜਾਂ the great tumult is the description of which of the following events। ਦੱਸੋ ਜੀ। ਇਹ ਨਾ ਬਿਰਸਾ ਜਿਹੜਾ ਟਰਾਈਬਸ ਆ ਨਾ, ਬਿਰਸਾ ਮੁੰਡਾ ਮੁੰਡਾ ਟਰਾਈਬ ਆ ਜਿਹੜਾ, ਇਹਨਾਂ ਵਿੱਚ ਬੰਦਾ ਸੀ ਬਿਰਸਾ ਮੁੰਡਾ। ਉਹਨੂੰ ਜਿਹੜਾ ਵਿਦਰੋਹ ਕੀਤਾ ਸੀ ਉਹਨੂੰ ਉਹ ਕਹਿੰਦੇ ਜੀ ਉਲ ਗੁਲਾਨ ਮੀਨ ਆਦੀਵਾਸੀਆਂ ਦੁਆਰਾ ਇਹ ਕੀ ਹੈ, ਇਹ ਇੱਕ ਆਪਣੇ ਕਹਿ ਲਓ ਕਿ ਵਿਦਰੋਹ ਸੀ। ਇਹ ਉਲ ਗੁਲਾਨ ਕ੍ਰਾਂਤੀ ਕਹਿ ਲਓ, ਉਹਨਾਂ ਦੀ ਭਾਸ਼ਾ ਵਿੱਚ ਕ੍ਰਾਂਤੀ। ਬਿਰਸਾ ਮੁੰਡਾ ਦਾ ਰਿਵੋਲਟ ਆਫ 1899 to 1900। ਉਲ ਗੁਲਾਨ 1890 ਬਿਰਸਾ ਮੁੰਡਾ ਦੀ ਅਗਵਾਈ ਹੇਠ ਛੋਟਾ ਨਾਗਪੁਰ ਪਠਾਰ ਦੇ ਮੁੰਡਿਆਂ ਨੇ ਅੰਗਰੇਜ਼ਾਂ ਵਿਰੁੱਧ ਬਗਾਵਤ ਕੀਤੀ ਸੀ। ਇਸ ਨੂੰ ਉਲ ਗੁਲਾਨ ਵੀ ਕਿਹਾ ਜਾਂਦਾ ਹੈ, ਉਲ ਗੁਲਾਨ ਕਿਹਾ ਜਾਂਦਾ ਹੈ। With reference to the book ਦੇਸ਼ਰ ਕਥਾ, ਵਿਦੇਸ਼ ਦੀ ਕਥਾ, written by ਸ਼ਖਰਮ ਗਣੇਸ਼ ਦਿਉਸਕਰ during the freedom struggle, consider the following statement। ਕੁਝ ਸਟੇਟਮੈਂਟਾਂ ਦਿੱਤੀਆਂ ਜੀ। It warned against the colonial states of hypnotic conquest of the mind। ਇਹ 'ਚ ਕਿਹਾ ਗਿਆ ਕਿ ਜਿਹੜਾ ਕਲੋਨੀਅਲ ਸਟੇਟ ਆ, ਅੰਗਰੇਜ਼ ਆ, ਉਹਨਾਂ ਨੇ ਤੁਹਾਨੂੰ ਗੁਲਾਮ ਬਣਾਇਆ ਤੇ ਤੁਹਾਡੇ ਉਹ ਮਨ ਦੇ ਉੱਤੇ ਵੀ ਜਿੱਤ ਪ੍ਰਾਪਤ ਕਰ ਰਹੇ ਆ, ਮਨ ਦੇ ਉੱਤੇ ਵੀ ਹਾਵੀ ਹੋ ਰਹੇ ਆ। ਕਿਸ ਤਰ੍ਹਾਂ ਹਾਵੀ ਹੋ ਰਹੇ ਆ ਜਿਹੜਾ ਸੋਚੋ, ਕੀ ਕਾਰਨ ਹੋ ਸਕਦਾ? ਇਹੀ ਕਾਰਨ ਹੋ ਸਕਦਾ ਕਿ ਉਹ ਦੱਸ ਰਿਹਾ ਕਿ ਸਾਡਾ ਰਾਜ ਵਧੀਆ ਰਾਜ ਆ,
ਇਸ ਕਰਕੇ ਜਨਤਾ ਤਾਂ ਕਿ ਉਹਨਾਂ ਦੇ ਰਾਜ ਨੂੰ ਅਸੈਪਟ ਕਰ ਲੈ। ਇਹ ਪੁਆਇੰਟ ਸਹੀ ਹੈ ਜੀ। ਇਟ ਇੰਸਪਾਇਰਡ ਦਾ ਪਰਫਾਰਮੈਂਸ ਆਫ ਸਵਦੇਸੀ ਸਟਰੀਟ ਪਲੇਸ ਐਂਡ ਫੋਕ ਸੌਂਗਸ। ਇਸ ਦੇ ਬੇਸ ਤੇ ਫਿਰ ਸਵਦੇਸੀ ਨੁੱਕੜ ਨਾਟਕ ਤੇ ਲੋਕ ਗੀਤ ਵੀ ਬਣੇ। ਇਹ ਵੀ ਗੱਲ ਸਹੀ ਹੈ ਜੀ। The use of ਦੇਸ਼ by ਦਿਓਸਕਰ was in specific context of the region of Bengal। ਇਹ ਗੱਲ ਹੈ ਕਿ ਚਾਹੇ ਇਹ ਬੰਗਾਲ ਦੇ ਏਰੀਏ ਵਿੱਚ ਜ਼ਿਆਦਾ ਸੀਗਾ ਜੀ ਗੱਲਬਾਤ, ਉਹਨਾਂ ਦੇ ਏਰੀਏ ਦੀ ਗੱਲ ਕਹੀ ਆ, ਪਰ ਸਪੈਸੀਫਿਕ ਕੌਨਟੈਕਸਟ ਬੰਗਾਲ ਦਾ ਨਹੀਂ ਹੈ। ਇਹ ਇਨ ਜਨਰਲ ਗੱਲ ਹੈ ਜੀ। ਇਸ ਕਰਕੇ ਸਪੈਸੀਫਿਕ ਵਾਲਾ ਵਰਡ ਜ਼ਿਆਦਾ ਹੋ ਗਿਆ ਜੀ ਐਕਸਟ੍ਰੀਮ। ਆਪਾਂ ਕਰੈਕਟ ਚੱਕਣਾ। ਤੀਜਾ ਹੈਗਾ ਗਲਤ ਜੀ। ਤੀਜੇ ਗਲਤ ਨਾਲ ਕੀ ਆ, ਆਹ ਸਟੇਟਮੈਂਟਾਂ ਚੱਕੀਆਂ ਗਈਆਂ। ਇਹ ਆਂਸਰ ਹੈ ਜੀ ਪਹਿਲਾ ਤੇ ਦੂਸਰਾ ਸਹੀ ਹੈ। ਅੱਗੇ ਦੇਖੋ, ਦ ਗਾਂਧੀ ਇਰਵਿਨ ਪੈਕਟ ਇਨਕਲੂਡਡ ਵਿਚ ਆਫ ਦਾ ਫੋਲੋਇੰਗ। ਦੱਸੋ ਜੀ, ਗਾਂਧੀ ਤੇ ਇਰਵਿਨ ਚ ਪੈਕਟ ਸਾਈਨ ਹੋਇਆ ਸੀ ਜੀ। ਇਹ 1931 ਦੀਆਂ ਗੱਲਾਂ ਆ ਤੇ ਉਸ ਵੇਲੇ 30-31 ਦੀਆਂ ਗੱਲਾਂ, ਹਾਂਜੀ। ਤੇ ਉਸ ਵੇਲੇ ਦੇਖੋ ਪਹਿਲੀ ਕਾਨਫਰੰਸ ਵਿੱਚ, ਰਾਉਂਡ ਟੇਬਲ ਕਾਨਫਰੰਸ ਵਿੱਚ ਕਾਂਗਰਸ ਨੇ ਪਾਰਟੀਸਪੇਟ ਨਹੀਂ ਕੀਤਾ। ਫਿਰ ਗਾਂਧੀ ਤੇ ਇਰਵਿਨ ਵਿੱਚ ਪੈਕਟ ਸਾਈਨ ਹੋਇਆ ਵੀ ਹਾਂ ਵੀ ਤੁਸੀਂ ਪਾਰਟੀਸਪੇਟ ਕਰੋ ਰਾਉਂਡ ਟੇਬਲ ਕਾਨਫਰੰਸ ਵਿੱਚ। ਤੇ ਉਸ ਵਿੱਚ ਕੁਝ ਗੱਲਾਂ ਕਹੀਆਂ ਗਈਆਂ ਸੀ, ਉਹ ਗੱਲਾਂ ਲਿਖੀਆਂ ਜੀ ਵੀ ਆਹ ਗੱਲਾਂ ਵਿੱਚੋਂ ਕਿਹੜੀਆਂ ਗੱਲਾਂ ਕਰੈਕਟ ਹੈ ਜੀ। ਇਨਵੀਟੇਸ਼ਨ ਟੂ ਕਾਂਗਰਸ ਟੂ ਪਾਰਟੀਸਪੇਟ ਇਨ ਦਾ ਰਾਉਂਡ ਟੇਬਲ ਕਾਨਫਰੰਸ, ਵੀ ਤੁਸੀਂ ਰਾਉਂਡ ਟੇਬਲ ਕਾਨਫਰੰਸ ਵਿੱਚ ਪਾਰਟੀਸਪੇਟ ਕਰੋ। ਸਹੀ ਗੱਲ ਹੈ ਜੀ। ਪਹਿਲੀ ਗੱਲ ਸਹੀ ਹੈ। ਪਹਿਲੀ ਗੱਲ ਸਹੀ ਹੈ, ਇਹਦਾ ਮਤਲਬ ਆ ਚੱਕ ਦੋ ਜੀ ਦੋ। ਵਿਡਰਾਵਲ ਆਫ ਆਰਡੀਨੈਂਸਸ ਪ੍ਰੋਮਲਗੇਟਡ ਇਨ ਕਨੈਕਸ਼ਨ ਵਿਦ ਦਾ ਸਿਵਲ ਡਿਸਓਬੀਡੀਐਂਸ ਮੂਵਮੈਂਟ। ਇਹ ਗੱਲ ਵੀ ਸਹੀ ਆ, ਪਰ ਤੁਸੀਂ 2 ਮਿੰਟ ਲਈ ਰੁਕੋ, ਸ਼ੱਕ 'ਚ ਰੱਖੋ ਵੀ ਜੋ ਤੁਸੀਂ ਅਧਿਆਦੇਸ਼ ਜਾਰੀ ਕੀਤੇ ਸੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਨਾਲ ਸੰਬੰਧਿਤ, ਉਹ ਵਿਡਰਾਅ ਕਰ ਲਓ, ਵਾਪਸ ਕਰ ਲਓ। ਗੱਲ ਤਾਂ ਸਹੀ ਹੈ, ਪਰ ਤੁਸੀਂ ਇਹਨੂੰ ਸ਼ੱਕ ਦੇ ਵਿੱਚ ਰੱਖੋ। ਅਸੈਪਟੈਂਸ ਆਫ ਗਾਂਧੀਜ਼ ਸੁਜੈਸ਼ਨ ਫॉर ਇਨਕੁਆਇਰੀ ਇਨਟੂ ਪੁਲਿਸ ਐਕਸੈਸਸ। ਆਹ ਗੱਲ ਹੈ ਜੀ। ਗਾਂਧੀ ਨੇ ਕਿਹਾ ਸੀ ਵੀ ਸਿਵਲ ਡਿਸਓਬੀਡੀਐਂਸ ਮੂਵਮੈਂਟ ਦੇ ਦੌਰਾਨ ਜੋ ਪੁਲਿਸ ਨੇ ਜਾਤੀਆਂ ਕੀਤੀਆਂ ਹਨਾ, ਉਹਦੀ ਇਨਕੁਆਇਰੀ ਹੋਵੇ। ਪਰ ਇਹ ਗੱਲ ਅੰਗਰੇਜ਼ਾਂ ਨੇ ਮੰਨੀ ਨਹੀਂ ਸੀ। ਗਾਂਧੀ ਇਰਵਿਨ ਪੈਕਟ ਵਿੱਚ ਇਹ ਗੱਲ ਮੰਨੀ ਨਹੀਂ ਗਈ ਸੀ ਜੀ। ਤੀਜਾ ਪੁਆਇੰਟ ਗਲਤ ਹੋ ਗਿਆ। ਆ ਵੀ ਚੱਕ ਦੋ, ਆ ਵੀ ਚੱਕ ਦੋ। ਠੀਕ ਹੈ ਜੀ, ਇਹ ਤਾਂ ਪਹਿਲੇ ਚੱਕੇ ਗਏ। ਰਿਲੀਜ਼ ਆਫ ਓਨਲੀ ਦੋਜ਼ ਪ੍ਰਿਜ਼ਨਰਸ ਹੂ ਵਰ ਨਾਟ ਚਾਰਜ ਵਿਦ ਵਾਇਲੈਂਸ। ਇਹ ਗੱਲ ਵੀ ਸਹੀ ਆ। ਜਿਨ੍ਹਾਂ ਉੱਤੇ ਵਾਇਲੈਂਸ ਦੇ ਚਾਰਜ ਨਹੀਂ ਲੱਗੇ ਨਾ, ਮਤਲਬ ਦੋਸ਼ ਨਹੀਂ ਲੱਗੇ, ਵਾਇਲੈਂਸ ਮਤਲਬ ਹਿੰਸਾ ਦੇ ਜਿਨ੍ਹਾਂ ਤੇ ਦੋਸ਼ ਲੱਗੇ ਆ ਉਹਨਾਂ ਨੂੰ ਨਹੀਂ ਛੱਡਣਾ, ਉਹ ਕੈਦ ਹੀ ਰਹਿਣਗੇ। ਤਾਂ ਜਿਨ੍ਹਾਂ ਤੇ ਹਿੰਸਾ ਦੇ ਦੋਸ਼ ਨਹੀਂ ਲੱਗੇ ਉਹਨਾਂ ਨੂੰ ਛੱਡ ਦਿੱਤਾ ਜਾਏਗਾ। ਇਹ ਗੱਲ ਵੀ ਸਹੀ ਹੈ ਜੀ। ਆਂਸਰ ਆ ਜਾਂਦਾ ਜੀ ਬੀ, 1, 2 and 4। ਦੇਖੋ 1, 4 ਸਹੀ ਹੈ ਤੇ 1, 4 ਇੱਥੇ ਤਾਂ ਹੈ ਨਹੀਂ, 1, 4 ਇੱਥੇ ਹੀ ਆ। ਬੀ ਆਂਸਰ ਹੈ ਜੀ, 1, 2 and 4 ਸਹੀ ਹੈ। ਠੀਕ ਹੈ ਜੀ, ਅੱਜ ਲਈ ਇੰਨਾ ਹੀ ਰਹਿਣ ਦਿੰਦੇ ਹਾਂ, ਬਾਕੀ ਨੈਕਸਟ ਕਲਾਸ ਕਰਾਂਗੇ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।